अस्सलाम वालेकुम जी। की हाल ने वीरां दे, खास कर मेरे लहिंदे ते चढ़दे पंजाब दे जिहड़े शकीन भरा ने कबूतरां वाले, उन्होंने अस्सलाम वालेकुम। ते जिहड़े मित्र भरा ने सरदार वीर ने चढ़दे च होण जां लहिंदे च होण, उन्हां नूं सत श्री अकाल। ते मुसलमानां भरावां नूं अस्सलाम वालेकुम। ते वीर जी अज असीं आए आ 200 पूरे दे विच, ते माशाअल्लाह अगे भी भाई होना दा, भाई अमजद दा कीता इंटरव्यू, ते नाल उस्ताद होना नूं बहुत कबूतरां दा नॉलेज रखदे ने माशाअल्लाह, अल्लाह खैर करे। ते उस्ताद तलत बहुत मशहूर रहे ने माशाअल्लाह, प्लेयर भी बहुत अच्छे रहे ने कबड्डी के, ते कबूतरबाजी भी बहुत अच्छी की है, ते कुत्ते भी ताजी बहुत शकीन बंदे ने, ते माशाअल्लाह बहुत ज्यादा शकीन ने भरा साडे। ते इन्हां कोलों कबूतरां दीयां हिस्ट्रियां वीरां नूं पुछ के दसांगे कि कित्थों ये कबूतर बने इन्हां कोल, ते किद्दां इन्हां ने कबूतर कित्थे कित्थे उड़ाए। ते इंशाअल्लाह अल्लाह दे हुक्म चंगी गल भरावां नूं लब्भेगी। भलवाना की हाल ने भरा? अल्लाह दा शुक्र भाई शाह, तू सुनाओ खैर खैरियत? अल्लाह दा शुक्र है डॉक्टर साहब, तुसीं सुनाओ सेहतां पीतां ठीक ने वीर दियां? बिल्कुल अल्लाह दा शुक्र है जी। अच्छा डॉक्टर साहब, ਜਿਹੜੇ ਇਹ ਕਬੂਤਰ ਜਿਹੜੇ ਤੁਹਾਡੇ ਕੋਲੇ ਉੜਦੇ ਰਹੇ ਆ ਜੀ, ਸਭ ਤੋਂ ਪਹਿਲਾਂ ਤੇ ਤੁਸੀਂ ਇਹ ਗੱਲ ਦੱਸੋ ਕਿ ਡਾਕਟਰ ਸਾਹਿਬ ਤੁਸੀਂ ਪੜ੍ਹੇ ਲਿਖੇ ਬੰਦੇ ਸੋ ਮਾਸ਼ਾਅੱਲਾ, ਤੇ ਬਹੁਤ ਅੱਛੀ ਨੌਕਰੀ ਦੀ ਜਾਬ ਵੀ ਬਹੁਤ ਅੱਛੀ ਕੀਤੀ, ਤੇ ਸ਼ੌਕ ਵੀ ਸਾਰੇ ਕੁੱਤਿਆਂ ਦੇ ਵੀ ਤੇ ਕਬੂਤਰਾਂ ਦੇ ਵੀ, ਇਹ ਤੁਹਾਨੂੰ ਸ਼ੌਕ ਲੱਗ ਕਿਦਾਂ ਗਏ? ਤੇ ਸ਼ੌਕ ਜੀ ਬਸ ਸਾਡਾ ਦੋਸਤ ਸੀਗਾ ਜੀ, ਉਹਦਾ ਜਨਤ ਨਸੀਬ ਕਰੇ ਮਨੀਰ ਨੂੰ ਜੀ। ਹਾਂਜੀ। ਤੇ ਉਸਤਾਦ ਮਨੀਰ ਨੂੰ ਸ਼ੌਕ ਸੀ, ਉਹਦੇ ਨਾਲ ਸਾਡੀ ਬਹਿਣੀ ਉੱਠਣੀ ਸੀ। ਇੱਥੇ ਅਕਰਾਮੁਲ ਹਕ ਸ਼ਾਮੀ ਸੀ। ਅੱਛਾ। ਇਹਨਾਂ ਕੋਲ ਜਦੋਂ ਬੰਦਾ ਇੱਕ ਸੁਸਾਇਟੀ 'ਚ ਬਹਿੰਦਾ ਹੋਵੇ ਨਾ ਜੀ, ਹਾਂਜੀ, ਉਹ ਸੁਸਾਇਟੀ 'ਚ ਉਹੋ ਜਿਹਾ ਠਰਕ ਤੇ ਪੈ ਹੀ ਜਾਂਦਾ ਬੰਦੇ ਨੂੰ। ਹਾਂਜੀ। ਜੇ ਸਿਗਰਟ ਸਾਰੇ ਪੀਂਦੇ ਹੋ ਤਾਂ ਤੁਸੀਂ ਵੀ ਤੇ ਨਾਲ ਕਿਤੇ ਕੱਚ ਲਾ ਹੀ ਲਓਗੇ ਨਾ। ਬਿਲਕੁਲ, ਇਹ ਬੈਠ ਕੇ ਯਾਨੀ ਕਿ ਮਹਿਫਲ ਨਾਲ ਲੱਗ ਜਾਂਦਾ ਜਦੋਂ ਗੱਲਾਂ ਸੁਣਨੀਆਂ ਤੇ ਫਿਰ ਬੰਦੇ ਨੂੰ ਆਟੋਮੈਟਿਕਲੀ ਸ਼ੌਕ ਆਉਂਦਾ ਰਹਿੰਦਾ ਜੀ। ਹਾਂਜੀ। ਤੇ ਉਸਤਾਦ ਮਨੀਰ ਨੂੰ ਉਦੋਂ ਬਹੁਤ ਜ਼ਿਆਦਾ ਜਨੂਨ ਸੀ ਕਬੂਤਰਾਂ ਦਾ। ਅੱਛਾ ਜੀ। ਇਹਨਾਂ ਕੋਈ ਚਿੱਟੀਆਂ ਅੱਖਾਂ ਦਾ ਕਬੂਤਰ ਸੀ ਤੇ ਮੇਰੇ ਬੜਾ ਦਿਲ ਨੂੰ ਲੱਗਦਾ ਹੁੰਦਾ ਸੀ। ਅੱਛਾ। ਤੇ ਮੈਂ ਕਈ ਵਾਰੀ ਕਹਿਣਾ ਯਾਰ ਮਨੀਰ ਆ ਕਬੂਤਰ ਨਾਲ ਆਪਾਂ ਕੋਈ ਚੀਜ਼ ਕਰੀਏ, ਰਿਜ਼ਲਟ ਕਹਿੰਦਾ ਇਹ ਕਬੂਤਰ ਹੀ ਬਹੁਤ ਚੰਗਾ। ਅੱਛਾ। ਮਨੀਰ ਲਿਆਇਆ ਸੀ ਫੈਸਲਾਬਾਦੋਂ ਨਾ ਜੀ। ਅੱਛਾ। ਉਸਤਾਦ ਪੁਰਸ਼ਹਿਰ ਹੋਣਾ ਉਹ ਸੀ ਝੁਪਾਲ ਦੇ। ਅੱਛਾ। ਬੇਸਿਕਲੀ ਉੱਥੇ ਨੌਕਰੀ ਕਰਦਾ ਸੀ ਨਾ ਰਹਿਮਾਨੀਆ ਟੈਕਸਟਾਈਲ 'ਚ। ਅਸੀਂ ਵੀ ਉਦੋਂ ਫਿਰ ਬਾਹਰ ਅੰਦਰ ਨਿਕਲ ਗਏ ਜੀ। ਅੱਛਾ। ਉਹ ਲਿਆਂਦਾ, ਮੈਂ ਮੁੜ ਕੇ ਉੱਥੇ ਚਲਾ ਗਿਆ। ਉੱਥੇ ਸ਼ਿਕਾਰੀਆਂ ਨਾਲ ਬੂੜੇ ਮੇਰੀ ਡਿਊਟੀ ਲੱਗ ਗਈ ਚੀਚਾ ਵਤਨੀ ਜੀ। ਅੱਛਾ। ਗਾਜ਼ੀਆਬਾਦ ਨਾ ਜੀ। ਅੱਛਾ। ਨੈਸਲੇ ਦੇ ਵਿੱਚ ਅੱਛਾ। ਜੋਬ ਲੱਗ ਗਈ। ਉੱਥੇ ਸ਼ਿਕਾਰੀਆਂ ਨਾਲ ਮੁਲਾਕਾਤ ਹੋਣ ਡਿਆ ਪਈ। ਅੱਛਾ। ਵੀ ਸ਼ਿਕਾਰੀ ਦੇਖਣੇ ਵੀ ਆ ਵੀ ਸ਼ਿਕਾਰੀ ਪਤਾ ਲੱਗ ਗਿਆ ਚੰਗਾ। ਥੋੜਾ ਜਿਹਾ ਮੇਰੇ ਸਾਥ ਏਦਾਂ ਦਾ ਸੀ। ਅੱਛਾ। ਉਹ ਕੁਦਰਤੀ ਨਾਲ ਸਾਡੀ ਐਵੇਂ ਜਦੋਂ ਬੰਦੇ ਨੂੰ ਉਹ ਕਹਿੰਦੇ ਨਹੀਂ ਹੁੰਦੇ ਸਿੱਧ ਪੈਣ ਲੱਗੇ ਤੇ ਕੋਈ ਨਾ ਕੋਈ ਕੁੱਬੇ ਨੂੰ ਲੱਤ ਵੱਜੀ, ਉਹਦਾ ਕੁੱਬ ਨਿਕਲ ਗਿਆ। ਉਹ ਅਸੀਂ ਚਲੇ ਗਏ ਬੂਰੇ ਵਾਲੇ। ਮੀਆਂ ਮਾਜਦ ਭੰਡਾਰਾ ਸੀ, ਬਹੁਤ ਨੇਕ ਆਦਮੀ ਸੀ। ਮੀਆਂ ਮਾਜਦ ਭੰਡਾਰਾ ਜੀ। ਅੱਛਾ। ਇਹ ਹੈਗਾ ਸੀ ਕਿਹੜੇ ਪਿੰਡ ਦਾ ਸੀ? ਪਾਕ ਪਤਨ 27 ਚੱਕ ਦਾ। ਪਾਕ ਪਤਨ ਦਾ 27 ਚੱਕ ਦਾ। 27 ਚੱਕ। ਅੱਛਾ। ਬੜਾ ਸ਼ਿਕਾਰੀ, ਪੁਰਾਣਾ ਸ਼ਿਕਾਰੀ ਸੀ। ਅੱਛਾ ਜੀ। ਇਹ ਹਯਾਤ ਨੇ ਰਹਿ ਗਏ? ਨਹੀਂ, ਫੌਤ ਹੋ ਗਏ। ਅੱਛਾ। ਇਹ ਬਹੁ ਦਿਲਦਾਰ ਹੁਣੀ, ਸਰਦਾਰ ਸਦੀਕ ਹੁਣੀ। ਅੱਛਾ। ਇਹ ਕਬੂਤਰਬਾਜ਼ੀ ਉਹਨਾਂ ਨਾਲ ਇਹਨਾਂ ਦੀ ਚੱਲਦੀ ਸੀ। ਸਰਦਾਰ ਸਦੀਕ ਬਲਕਿ ਬਾਹਰ ਜਾਂਦੇ ਸੀ, ਕਬੂਤਰ ਏਡੇ ਚੰਗੇ ਸੀ ਨਾ ਬਾਈ ਸ਼ਾਹ ਦੇ ਇਹਨਾਂ ਦੇ। ਅੱਛਾ। ਕਬੂਤਰ ਲਿਜਾ ਕੇ ਦੜੇ ਛੱਡ ਦਿੱਤਾ, ਦੜਾ ਚ ਜਿੱਤ ਗਿਆ ਤੇ ਕਬੂਤਰ ਲੈ ਕੇ ਨਹੀਂ ਆਉਂਦਾ, ਉੱਥੇ ਹੀ ਛੱਡ ਆਏ। ਕਬੂਤਰ ਗੁਲਕਾ ਹੋ ਗਏ। ਅੱਛਾ। ਤੇ ਕਬੂਤਰ ਰਾਤ ਉਹਨਾਂ ਦਾ ਆਉਂਦਾ ਵੀ ਨਹੀਂ ਸੀ ਹੁੰਦਾ। ਅੱਛਾ। ਏਡੇ ਤਗੜੇ ਸ਼ਿਕਾਰੀ ਸੀ। ਅੱਛਾ। ਉਹ ਮੈਂ ਬੈਠਾ ਰੋਜ਼ ਉਹਨਾਂ ਕੋਲ ਜਾਣਾ। ਅੱਛਾ ਭਾਈ, ਪਹਿਲਾਂ ਤੁਹਾਡੀ ਗੱਲ ਟੋਕੀ ਜੀ ਇੱਥੇ ਥੋੜੀ ਜੀ। ਕੁਝ ਲੋਕ ਸਾਡੇ ਦੱਸਾਂ ਕੀ ਆਉਂਦੇ ਨੇ ਹੁਣ ਦੇ ਦੌਰ 'ਚ ਕਿ ਯਾਰ ਉਦੋਂ ਕਬੂਤਰ ਜਿਹੜੇ ਨਾ ਇੰਨੇ ਨਹੀਂ ਸੀ ਉਡਾਰਾਂ ਕਰਦੇ ਤੇ ਇੰਨੀ ਨਹੀਂ ਸੀ ਗਰਮੀ ਪੈਂਦੀ ਜਿਵੇਂ, ਤੇ ਤੁਸੀਂ ਦੱਸਣ ਉਦੋਂ ਵੀ ਉਹਨਾਂ ਦੇ ਕਬੂਤਰ ਰਾਤ ਰਹੇ। ਲੇਕਿਨ ਪਤਾ ਕੀ ਗੱਲ ਭਾਈ ਸ਼ਾਹ, ਹਾਂਜੀ, ਅੱਜ ਕਬੂਤਰਬਾਜ਼ੀ ਹੋ ਗਈ ਆ ਤੇਜ਼ ਥੋੜੀ। ਹਾਂਜੀ। ਵੀ ਤੇਜ਼ ਦਾ ਮਤਲਬ ਇਹ ਵੀ ਅਸੀਂ ਦਵਾਈ ਦਾਰੂ ਕੀਤਾ ਕਰਕੇ ਕਬੂਤਰ ਨੂੰ ਟੰਗ ਛੱਡਿਆ, ਕਬੂਤਰ ਨਾ ਦੇ ਗਿਆ। ਉਦੋਂ ਤੇ ਕਬੂਤਰ ਹਰ ਘੰਟੇ ਬਾਅਦ ਲੈਂਦੇ ਸੀ ਤੇ ਕਬੂਤਰ ਵੀ ਜ਼ਿਆਦਾ ਉੱਡਦੇ ਸੀ। ਅੱਜ ਦੀ ਨਿਸਬਤ ਉਦੋਂ ਕਬੂਤਰ ਜ਼ਿਆਦਾ ਉੱਡਦੇ ਸੀ ਤੇ ਕਬੂਤਰ ਵੀ ਬਹੁਤ ਨਸਲੀ ਸੀ। ਅੱਛਾ। ਹਾਂਜੀ। ਯਾਨੀ ਅੱਜ ਤੇ ਨਾ ਦਵਾਈ ਦਾਰੂ ਨਾਲ ਕਬੂਤਰ ਡਾਉਂਦੇ। ਉਹ ਕਬੂਤਰਾਂ ਨੂੰ ਉਦੋਂ ਸਾਨੂੰ ਦਵਾਈ ਦਾਰੂ ਦਾ ਪਤਾ ਹੀ ਨਹੀਂ ਦਿੰਦਾ ਕੀ ਹੁੰਦਾ ਸੀ। ਛੋਟੀ ਇਲਾਇਚੀ ਭੇਜ ਰਾਤ ਭੇਜੀ, ਸਵੇਰੇ ਕਬੂਤਰ ਨੂੰ ਦਿੱਤੀ, ਕਬੂਤਰ ਨੂੰ ਛੱਡਤਾ, ਕਬੂਤਰ ਚੋਰੀ ਆਪਣਾ ਟਾਈਮ ਕਰਕੇ। ਹਾਏ ਹਾਏ। ਦੇਖੋ ਨਾ ਅੱਜ ਤੇ ਦਾਰੂ ਕਰਦੇ ਨਾ, ਕੋਈ ਗੋਲੀ ਦਿੰਦਾ, ਕੋਈ ਮੋਤੀ ਵੱਲ ਦਿੰਦਾ, ਕੋਈ ਮਾਡਰਨ ਦੇਈ ਜਾਂਦਾ, ਕੋਈ ਇਹ ਵੱਲ ਦੇਈ ਜਾਂਦਾ। ਹੈ ਤੇ ਜ਼ੁਲਮ ਆ ਨਾ ਜਾਨਵਰ ਦੇ ਨਾਲ। ਉਦੋਂ ਤੁਹਾਨੂੰ ਦੱਸਿਆ ਵੀ ਸਾਨੂੰ ਏਡਾ ਪਤਾ ਹੀ ਨਹੀਂ ਸੀ। ਉਦੋਂ ਛੋਟੀ ਇਲਾਇਚੀ ਰਾਤ ਪੇਤੀ, ਮਨੱਕਾ ਭੇਤਾ, ਪਾਣੀ ਦੇਤਾ, ਕਬੂਤਰ ਚਲੋ ਜੀ ਆਪਣੀ ਪ੍ਰਵਾਜ਼ ਕਬੂਤਰ ਪੂਰੀ ਕਰਕੇ ਆਉਂਦਾ। ਅੱਛਾ। ਫਿਰ ਉਹ ਜਿਹੜਾ ਮੀਆਂ ਭੰਡਾਰਾ ਸੀ ਜੀ, ਉਹਦੇ ਨਾਲ ਫਿਰ ਤੁਹਾਡਾ ਤਲਕ ਵਾਸਤਾ ਬਹੁਤ ਤਲਕ ਹੋ ਗਏ। ਅੱਛਾ। ਹਾਂਜੀ। ਸਾਡੇ ਬਜ਼ੁਰਗ ਉਹਨਾਂ ਨੂੰ, ਬਲਕਿ ਅਸੀਂ ਉਹਨਾਂ ਕੋਲ ਕਬੂਤਰ ਕੋਈ ਨਹੀਂ ਮੰਗਿਆ। ਉਹਨਾਂ ਨੇ ਆਪਣੇ ਸ਼ੌਕ ਨੇ ਨਾ ਸਾਨੂੰ ਕਬੂਤਰ ਚੱਕ ਕੇ ਦੇਣੇ। ਮੈਨੂੰ ਕਹਿਣਾ ਆਲਾ ਪੁੱਤਰਾ ਡਾਵੀ, ਆਲਾ ਪੁੱਤਰਾ ਡਾਵੀ। ਅਸੀਂ ਲਿਆਉਣਾ ਇੱਥੇ, ਉਡਾਉਣਾ ਵੀ ਤੇ ਨਾਲ ਬੱਚਿਆਂ ਚ ਪਾ ਦੇਣਾ। ਇਹ ਅਮਜਦ ਨੇ ਕੋਸ਼ਿਸ਼ ਕੀਤੀ ਜ਼ਿਆਦਾ। ਅਮਜਦ ਨੇ ਮਨੀਰ ਉਦੋਂ ਵਿਚਾਰਾ ਫੌਤ ਹੋ ਗਿਆ। ਅੱਛਾ। ਉਦੋਂ ਕਬੂਤਰ ਬੜੇ ਉੱਡਦੇ ਸੀ ਸਾਡੇ।
ਨਸਲ ਹੈ ਇਹ ਬਾਅਦ ਚ ਫਿਰ ਬਾਹਰ ਅੰਦਰ ਜ਼ਿਆਦਾ ਜਾਣ ਡਿਆ ਪਿਆ। ਇਹਨੂੰ ਜ਼ਿਆਦਾ ਸਾਡੇ ਨਾਲੋਂ ਜ਼ਿਆਦਾ ਇਲਮ ਹੋ ਗਿਆ ਕਬੂਤਰਾਂ ਦਾ। ਕਬੂਤਰ ਜ਼ਿਆਦਾ ਡਾਊਨ ਬਾਹਰ ਜਾਂਦਾ ਸੀ ਜ਼ਿਆਦਾ। ਅਸੀਂ ਤੇ ਫਿਰ ਮੁਲਾਜ਼ਮ ਬੰਦੇ ਸੀ, ਨਹੀਂ ਸੀ ਏਡਾ ਜਾਂਦੇ ਹੁੰਦੇ। ਅੱਛਾ ਜੀ। ਤੇ ਜਾਨਵਰਾਂ ਦੇ ਵਿੱਚ ਪਰਖ ਔਰ ਜਾਨਵਰਾਂ ਨੂੰ ਬਣਾਇਆ ਫਿਰ ਇਹਨੇ ਹੀ। ਜਾਨਵਰ ਉਹ ਲਿਆਂਦੇ ਮੈਂ, ਯਾਨੀ ਬਰੀਡ ਇਹਨੇ ਕਰਾਇਆ। ਬਰੀਡ ਇਹਨੇ ਕਰਾਇਆ ਔਰ ਬਹੁਤ ਅੱਛੀ ਬਰੀਡ ਬਣਾਈ ਫਿਰ ਇਹਨੇ। ਜੇ ਕੋਈ ਮਾਦੀ ਜਾਂ ਬੱਚਿਆਂ ਦੀ ਪ੍ਰਵਾਜ਼ ਕੀਤੀ ਹੈ ਨਾ ਜੀ, ਅਗਰ ਕੋਈ ਪ੍ਰਵਾਜ਼ ਕੋਈ ਲੋ ਕੀਤੀ ਆ ਤੇ ਉਹ ਇਹਨੇ ਚੇਂਜ ਕਰ ਲਿਆ। ਅਗਰ ਕੋਈ ਪ੍ਰਵਾਜ਼ ਕਈ ਇਹ ਹੁੰਦਾ ਸੀ ਵੀ 10 ਪਾਰ ਸਾਫ਼ ਕਰਕੇ ਉੱਡੇ ਆ, ਇਹਨੂੰ ਫਿਰ ਉਹ ਵੀ ਪਤਾ ਹੁੰਦਾ। ਲੇਕਿਨ ਮਾਸ਼ਾਅੱਲਾ ਇਹ ਆ ਵੀ ਚੰਗੇ ਜਾਨਵਰ ਸਾਡੇ ਕੋਲ ਬਣ ਗਏ ਹੁਣ। ਇਧਰ ਅਕਰਾਮਲ ਪਏ ਆ, ਅਮਜਦ ਕੋ ਪਏ ਆ, ਲੇਕਿਨ ਇੱਕ ਹੀ ਨਸਲ ਆ ਸਾਡੇ। ਇਹ ਆ ਵੀ ਅਸੀਂ ਸਾਨੂੰ ਇਹ ਪਤਾ ਵੀ ਉਧਰ ਨਹੀਂ ਤੇ ਉਧਰ ਨਹੀਂ ਤੇ ਉਧਰ, ਉਥੋਂ ਚੱਕਣਾ ਤੇ ਉਸੇ ਨਸਲ ਦਾ ਹੀ। ਅੱਛਾ ਜੀ। ਹਾਂਜੀ। ਅੱਛਾ ਡਾਕਟਰ ਸਾਹਿਬ, ਉਥੋਂ ਮੀਆਂ ਮਾਜਦ ਤੋਂ ਇਲਾਵਾ ਹੋਰ ਉਸ ਗਾਲੀਆਬਾਦ ਚ ਬੜਾ ਸੀ ਸੁਣਿਆ, ਹਰ ਬੰਦੇ ਨੂੰ ਪਤਾ ਲੱਗਦਾ ਕਿ ਕੋਈ ਵੀ ਕਬੂਤਰ ਇੱਥੇ ਉੱਡਣਾ ਨਾ ਪੂਰੇ ਦੇ ਵਿੱਚ ਜਿੱਤਣਾ ਤੇ ਆਖਣਾ ਜੀ ਉਹ ਇਹ ਉਥੋਂ ਡਾਕਟਰ ਤਲਤ ਨੇ ਭੇਜਿਆ। ਇਹ ਬਹੁਤ ਅਸੀਂ ਸੁਣੀ ਗੱਲ। ਤੇ ਉਹ ਕੱਲੇ ਮੀਆਂ ਮਾਜਦ ਵਾਲੇ ਕਬੂਤਰ ਤੁਹਾਡੇ ਕੋਲ ਆਏ ਜਾਂ ਹੋਰ ਵੀ ਕੋਈ ਕਬੂਤਰ ਸੱਜਣਾ ਮਿਲਦੀਆਂ? ਕੋਈ ਇਦਾਂ ਵੀ 28/11 ਦੇ ਵਿੱਚ ਸੀਗਾ। ਅੱਛਾ। ਇਹ ਉਸਤਾਦ ਤਾਰਕ, ਟੈਡੀ ਉਹਨੂੰ ਕਹਿੰਦੇ ਸੀ। ਉਹਦੀ ਲੰਡੀ ਬੜੀ ਮਸ਼ਹੂਰ ਸੀ। ਲੰਡੀ ਕਬੂਤਰੀ ਸੀਗੀ ਤੇ ਉਹ ਉਸਤਾਦ ਤਾਰਕ ਵਾਲੇ ਹਜ਼ਾਰ ਤੇ ਕਿ ਉਹ ਵੀ ਨਹੀਂ, ਉਹ ਹੈ ਉਹ ਹਜ਼ਾਰ। ਹਾਂ ਬਿਲਕੁਲ, ਅੱਲਾਹ ਤਾਲਾ ਉਹਨੂੰ ਸਿਹਤ ਦੇਵੇ। ਤਬੀਅਤ ਉਹਦਾ ਠੀਕ ਨਹੀਂ ਜੀ। ਅੱਛਾ। ਉਹ ਠੀਕ ਆ। ਅੱਛਾ। ਉਹ ਬਹੁਤ ਅੱਛੀ ਪ੍ਰਵਾਜ਼ ਕਰਦੀ ਸੀ। ਉਹ ਨਾ ਨੱਬਾ ਨਹੀਂ ਜੀ ਇੱਥੇ ਚੀਚਾਵਤਰੀ ਦੇ ਨਾਲ ਉੱਥੇ ਪੁਆਇੰਟ ਉੜਦੇ ਉਹਦੇ 92 ਦੇ ਵਿੱਚ। ਅੱਛਾ। ਉਹ ਰਾਜੇ ਪੁਆਇੰਟ ਆਉਂਦੇ ਸੀ, ਰਾਜੇ ਫੈਸਲ ਹੁਣੀ ਤੇ ਰਾਜੇ ਜ਼ਫਰ ਹੁਣੀ ਉੱਥੇ ਪੁਆਇੰਟ। ਉਹ ਕਬੂਤਰੀ ਨੇ ਜਾ ਕੇ ਰਾਜੇ ਜ਼ਫਰ ਦੀ ਜਗ੍ਹਾ ਪੁਆਇੰਟ ਜਿੱਤਿਆ ਲੰਡੀ। ਅੱਛਾ। ਉਹਦੀ ਪੂਛ ਨਿਕਲ ਗਈ ਜਿਹੜੀ ਵਜੇ ਤੋਂ ਲੰਡੀ ਉਹ ਮੁੜ ਕੇ ਲੰਡੀ ਦੀ ਨਸਲ ਪੂਛ ਹੈਗੀ ਵੀ ਸੀ ਤੇ ਲੰਡੀ ਵਜਾ ਉਹ ਲੰਡੀ ਮਸ਼ਹੂਰ ਹੋ ਗਈ। ਅੱਛਾ। ਉਹਦੇ ਵਿੱਚੋਂ ਫਿਰ ਟੈਡੀ ਨੇ ਮੈਨੂੰ 2 ਮਾਦੀਆਂ ਦੇ ਦਿੱਤੀਆਂ ਜੀ, ਲੰਡੀ ਦੀਆਂ ਪੱਠੀਆਂ ਤੋਂ। ਇੱਕ ਉਹਦੀ ਭੈਣ ਦੇ ਦਿੱਤੀ, ਇੱਕ ਬਲਕਿ ਉਹਦੀ ਪੱਠੀ ਦੇ ਦਿੱਤੀ। ਫਿਰ ਬਾਅਦ ਚ ਉਹਨੇ ਲੰਡੀ ਵੀ ਸਾਨੂੰ ਦੇ ਦਿੱਤੀ। ਲੰਡੀ ਆਪ ਕਿਦਾਂ ਦੀ ਸੀ ਤੇ ਗਾਂ ਬੱਚੇ ਵਿੱਚ ਜਿਹੜੇ ਉਹਦੇ ਸੀ ਕਿ ਕਾਲੇ ਇੱਕ ਸਾਈਡ ਤੋਂ ਕਾਲੇ ਕੰਤਰਾ ਕਾਲੀਆਂ ਸੀ। ਅੱਛਾ। ਖੱਟੀਆਂ ਅੱਖਾਂ ਦੀ ਸੀ। ਜਿਹੜੀਆਂ ਉਹਦੀਆਂ ਧੀਆਂ ਸੀ ਉਹ ਬਰੜੀਆਂ ਸੀ। ਕਾਲੀ ਖੱਟੀ ਆਖਦੀਆਂ ਸੀ ਤੇ ਹੈ ਉਹਨਾਂ ਦੇ ਵੀ ਕੰਤਰ ਇੱਕ ਤੇ ਜੌਂ ਉਹਨਾਂ ਦੇ ਨਾ ਉਹ ਕਾਲੇ ਸੀ। ਅੱਛਾ। ਵੀ ਮੇਨ ਉਹ ਮਕਸਦ ਵੀ ਹੈ ਉਹ ਕਾਲੇ ਚੀਨਾ ਤੇ ਖੱਟੀਆਂ ਅੱਖਾਂ ਦੀ ਪੱਠੀ ਦੇ ਵਿੱਚੋਂ ਸੀ। ਅੱਛਾ ਅੱਛਾ। ਵੀ ਉਹਨਾਂ ਦਾ ਜਿਹੜਾ ਮਾਂ ਪਿਓ ਸੀ ਨਾ ਉਹ ਕਾਲਾ ਉਸਤਾਦ ਮਨਜ਼ੂਰ ਸੀਗਾ 68 ਵਾਲਾ ਜੀ। ਇਹਦਾ ਕਾਲਾ ਚੀਨਾ ਕਬੂਤਰ ਸੀ ਉਹਦੇ ਵਿੱਚ ਰਾਣਾ ਮੰਜ਼ੂਰ ਸੌਰੀ ਰਾਣੇ ਮੰਜ਼ੂਰ ਦੀ ਨਸਲ ਚੋਂ। ਹਾਂਜੀ। ਰਾਣੇ ਮੰਜ਼ੂਰ ਦੇ ਬਹੁਤ ਕਬੂਤਰ ਮਸ਼ਹੂਰ ਹੋਏ, ਬਹੁਤ ਅੱਛੇ ਚੀਨੇ ਕਬੂਤਰ ਉਹਦੇ ਹੀ ਬਹੁਤੇ ਮਸ਼ਹੂਰ ਸੀ ਨਾ। ਉਹ ਜਿਹੜੇ ਸਾਡੇ ਕੋਲ ਬਾਅਦ ਚ ਚੀਨੇ ਆਏ ਨਾ ਉਹਨਾਂ ਤੋਂ ਹੀ ਗਾਂ ਸਾਡੇ ਕੋਲ ਵੀ ਨਸਲ ਬਣੀ। ਉਹਦੇ ਗਾਂ ਭਤੀਜੇ ਪੋਤੇ ਆ ਜੀ ਇੱਥੇ 28 ਦੇ ਵਿੱਚ ਹੀ। ਹਾਂਜੀ। ਤੇ ਰਾਣੇ ਮੁਜ਼ੱਫਰ ਹੁਣੀ। ਹਾਂਜੀ। ਤੇ ਉਹਨਾਂ ਕੋਲ ਜਾਨਵਰ ਉਸੇ ਨਸਲ ਦੇ ਪਏ ਆ, ਲੇਕਿਨ ਇਹ ਆ ਵੀ ਪਰ ਥੋੜਾ ਜਿਹਾ ਗਾਂ ਨਿਕਲ ਗਿਆ ਚੇਂਜਿੰਗ ਕਰਕੇ, ਲੇਕਿਨ ਹੈ ਉਹ ਮੰਜ਼ੂਰ ਵਾਲੇ ਚੀਨਿਆਂ ਚੋਂ ਹੀ ਤੇ ਬਹੁਤ ਅੱਛੇ ਜਾਨਵਰ ਹੋਏ। ਤੇ ਸਾਡੇ ਕੋਲ ਫਿਰ ਏਦਾਂ ਜਦੋਂ ਦੋਸਤਾਂ ਨੇ ਦੇ ਤੇ ਮੀਆਂ ਮੰਜ਼ੂਰ ਨੇ ਦੇ ਤੇ ਮੀਆਂ ਮਾਜਦ ਨੇ ਜੀ, ਉਧਰੋਂ ਜ਼ਫਰ ਨੇ ਦੇ ਤੇ, ਇਧਰੋਂ ਟੈਡੀ ਉਹਨਾਂ ਨੇ, ਸਾਡੇ ਕੋਲ ਐਸੀ ਨਸਲ ਉਹ ਬਣ ਗਈ। ਉਹ ਉਹਨਾਂ ਦੇ ਵਿੱਚੋਂ ਇੱਕ ਪੱਠਾ ਨਿਕਲਿਆ ਸੀ ਇਹਦੇ ਉੜਦਾ ਰਿਹਾ ਸਾਡਾ ਬੇਲੀ ਸੀ ਨੂਰ ਮੁਹੰਮਦ ਬਲੋਚ ਕਬੂਤਰ ਇਹਦੇ ਘਰ ਉੱਡਿਆ। ਉਹਨੇ ਪਿੰਡ ਬਾਜ਼ੀ ਨਹੀਂ ਕਿਸੇ ਨੂੰ ਦਿੱਤੀ ਬਲੋਚ ਨੇ। ਬਲੋਚ ਤੇ ਉਧਰੋਂ ਪੱਠੀ ਇਧਰੋਂ ਅਮਜਦ ਦੀ, ਇਹ ਦੋਨਾਂ ਦੀ ਬੜੀ ਆੜ ਫਸ ਰਹੀ, ਦੋਨੇ ਇਕੱਠੀਆਂ ਜਿੱਤਣਾ ਇਹਨਾਂ ਦੋਨਾਂ ਨੇ। ਬਲੋਚ ਦੇ ਗਾਂ ਪੱਠੇ ਵੀ ਬਹੁਤ ਉੱਡੇ। ਅੱਛਾ। ਇਹ ਜਿਹੜਾ ਬਲੋਚ ਸੀ ਕਬੂਤਰ ਇਹ ਵੀ ਉਹਨਾਂ ਉਸੇ ਨਸਲ ਚ ਰਾਣੇ ਮੰਜ਼ੂਰ ਵਾਲੇ ਨਹੀਂ, ਇਹ ਮੀਆਂ ਮਾਜਦ ਵਾਲੇ ਤੇ ਟੈਡੀ ਵਾਲੀ ਜਿਹੜੀ ਇਹਨਾਂ ਦੇ ਵਿੱਚੋਂ ਕਰਾਸ ਸੀਗਾ ਵੀ ਇਹ ਮੰਜ਼ੂਰ ਵਾਲਿਆਂ ਚ। ਅੱਛਾ ਅੱਛਾ। ਹਾਂ, ਲੇਕਿਨ ਕਰਾਸ ਇਹਨਾਂ ਦਾ ਬਹੁਤ ਅੱਛਾ ਸੀ। ਅੱਛਾ ਅੱਛਾ। ਉਹ ਜਿਹੜਾ ਬਲੋਚ ਕਬੂਤਰ ਤੁਹਾਡਾ ਉੱਡਿਆ ਇੱਥੇ ਨੂਰ ਮੁਹੰਮਦ ਦਾ, ਉਹ ਕਿੰਨਾ ਚਿਰ ਕਿੰਨੇ ਸਾਲ ਉੱਡਿਆ? 3 ਸਾਲ ਲਗਾ। 3 ਸਾਲ ਉੱਡਿਆ? 3 ਸਾਲ ਲਗਾ। ਅੱਛਾ। ਉਹ ਕਿੰਨੀ ਕੁ ਪ੍ਰਵਾਜ਼ ਕਰਦਾ ਸੀ? ਪ੍ਰਵਾਜ਼ ਉਹਦੇ ਕੋਲ ਅਣਥੱਕ ਕਬੂਤਰ ਸੀ। ਜੋ 7 ਵਜੇ ਛੁੱਟਾ ਤੇ ਸ਼ਾਕਣੀ ਸ਼ਾਮੀ 6 ਵਜੇ ਬੈਠਾ। ਅੱਛਾ। ਇਹਨਾਂ ਲਾਭ ਉੜਦਾ ਸੀਗਾ ਸ਼ੌਕ ਦੇ ਨਾਲ ਉਸ ਜਾਨਵਰ ਤੇ ਪ੍ਰਵਾਜ਼ ਪੱਧਰੇ ਰਹਿ ਕੇ ਪੱਧਰੇ। ਸਾਲ ਕਿਹੜੀ ਗੱਲ? ਇਹ ਤਕਰੀਬਨ 8-9 ਸਾਲ ਹੋ ਗਏ ਹੋਣੇ ਇਸ ਗੱਲ। ਉਦੋਂ 10 ਸਾਲ ਹੋ ਗਏ ਹੋਣਗੇ ਜਾਂ 12 ਸਾਲ ਹੋ ਗਏ ਜੀ ਤਕਰੀਬਨ, ਅੰਦਾਜ਼ਾ ਮੈਨੂੰ ਜੀ। ਮੇਰੇ ਅੰਦਾਜ਼ੇ ਨਾਲ ਕਮ ਸੇ ਕਮ ਬਲੋਚ ਨੂੰ ਜਿਹੜਾ ਨਾ 17-18 ਸਾਲ ਹੋ ਗਏ। ਥੋੜਾ ਹੋਇਆ 16 ਸਾਲ ਮੈਂ ਬਾਹਰ ਲਾ ਕੇ ਆਇਆ। ਹਾਂਜੀ।
ਤੇ ਬਲੋਚ ਮੈਂ ਉਦੋਂ ਇੱਥੇ ਜਦੋਂ ਬਲੋਚ ਕਬੂਤਰ ਹੁੰਦਾ ਹੁੰਦਾ ਨਹੀਂ ਜਦੋਂ ਤੁਸੀਂ ਬਾਹਰ ਸੀ ਨਾ ਬਲੋਚ ਉਦੋਂ ਹੁੰਦਾ ਸੌਗਤ ਵੀ ਤੇ ਗਏ ਸੀ ਉੱਥੇ ਬੱਚੇ। ਇੱਥੇ ਇਹਦੇ ਬੱਚੇ ਉੱਥੇ ਕਰਾਮ ਕੋ ਵੀ ਮੈਂ ਭੇਜੇ ਸੀ ਆਂਡੇ ਭੇਜੇ ਸੀ ਤੇ ਬੱਚੇ ਨਿਕਲੇ ਸੀ ਹਾਂਜੀ ਹਾਂਜੀ ਇਹ ਬਲੋਚ ਦੇ। ਅੱਛਾ ਤੇ ਬਲੋਚ ਦੇ ਗਾਂ ਜਿਹੜੇ ਆਪਣੇ ਪੱਠੇ ਨਿਕਲੇ ਸੀ ਨਾ ਹਾਂਜੀ ਉਹ ਵੀ ਬੜੀ ਪ੍ਰਵਾਹ ਦਿੰਦੇ ਸੀ ਉਹ ਤੇ ਸਿੱਧੇ ਜਾ ਕੇ ਜਿਸ ਮਰਜ਼ੀ ਚੱਕ 'ਚ ਛੱਡ ਦਿੰਦੇ ਸੀ ਨਾ ਬਲੋਚ ਦੇ ਬਲੋਚ ਦੇ ਉਹ ਤੇ ਆਉਣੀ ਜਾਣੀ ਕਰਦੇ ਹੁੰਦੇ ਸੀ ਲੇਕਿਨ ਪ੍ਰਵਾਹ ਦੇ ਕੇ ਜਿੱਤ ਕੇ ਬਹਿ ਗਏ ਟਾਈਮ ਨਹੀਂ ਸੀ ਕਟਾਇਆ ਉਹਨਾਂ ਅੱਛਾ ਸਿੱਧੀ ਮੁੱਠ ਵੀ ਉਹਨਾਂ ਟਾਈਮ ਨਹੀਂ ਕਟਾਇਆ ਇੰਨੀ ਵਰੀ ਮਾਰਨ ਵਾਲਾ ਘਰ ਕਬੂਤਰ ਦੇ ਬੱਚੇ ਬਾਹਰ ਬੱਚੇ ਬਾਹਰ ਵੀ ਇਦਾਂ ਹੀ ਹਾਏ 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 ਕਿਆ ਮੈਂ ਤਾਂ ਬਾਤ ਬੜਾ ਇਹਦੇ ਪਿੰਡ 'ਚ ਤਿਆ ਸੀ ਚੀਨਾ ਅੱਛਾ ਠੀਕੇ ਦੇ ਪਿੰਡ ਅੱਛਾ ਚੀਨਾ ਕਬੂਤਰ ਬਲੋਚ ਦਾ ਪੱਠਾ 4 'ਚ ਨਿਕਲਿਆ। ਅੱਛਾ ਨਹੀਂ ਮਾਸ਼ਾਅੱਲਾ ਉਹਨਾਂ ਨੇ ਬੜੀ ਰੂਹ ਖੁਸ਼ ਕੀਤੀ ਸੀ ਹਾਂਜੀ ਇਹ 4 'ਚ ਛੱਡਿਆ ਫਿਰ ਦੂਸਰਾ ਜਦੋਂ ਛੱਡਿਆ ਮੈਂ ਜਾ ਕੇ ਗਾਜ਼ੀਆਬਾਦ ਛੱਡਿਆ ਜੀ ਉੱਥੇ 5 ਰਾਜਿਆਂ ਵਾਲਾ ਚੱਕ ਦੇ ਵਿੱਚ ਛੱਡਿਆ ਉੱਥੇ ਰਾਤ ਹੀ ਉੱਤੇ ਰਹਿ ਗਿਆ ਉਹ ਆਇਆ ਹੀ ਨਹੀਂ ਬੈਠਾ ਹੀ ਉੱਥੇ ਹਾਲਾਂਕਿ ਉੱਥੇ ਬੜੇ ਬੜੇ ਉੱਥੇ ਬਸ਼ੀਰ ਤਲ ਹੁਣੀ ਸਾਰੇ ਉੱਥੇ ਸ਼ਿਕਾਰੀ ਇਕੱਠੇ ਸੀ ਅੱਛਾ ਤੇ ਮੈਂ ਰਾਜੇ ਜ਼ਫਰ ਦੀ ਜਾ ਕੇ 38 ਨੰਬਰਦਾਰ ਵਾਲੇ ਦੀ ਜਗ੍ਹਾ ਜਾ ਕੇ ਐਂਟਰੀ ਤੇ ਛੱਡਿਆ ਸੀ ਉਹ ਰਾਤ ਹੀ ਉੱਤੇ ਰਹਿ ਗਿਆ ਕੋਈ ਟਲ ਟੁਲ ਹੋਣਾ ਨਾ ਵਾਹ ਪਿਆ ਤੂੰ ਵੀ ਕੋਈ ਸੁਣਾਓ ਹਾਂਜੀ ਕੋਈ ਟਲ ਟੁਲ ਹੋਣਾ ਨਾ ਵਾਹ ਪਿਆ ਤੁਹਾਡਾ ਬਸ ਉੱਥੇ 5 ਦੇ ਵਿੱਚ ਹੀ ਸਾਡੇ ਇਹਨਾਂ ਨਾਲ ਪੈਸੇ ਲੱਗਦੇ ਰਹੇ ਨੇ ਜਿਵੇਂ ਸ਼ੌਕ ਦੇ ਨਾਲ ਉਹਨੂੰ ਮੀਨ ਮੈਂ ਕਹਿੰਦਾ ਗੱਲ ਨਾ ਹੀ ਹੋਵੇ ਅੱਛਾ ਅੱਛਾ ਤੇ ਉਹ ਉਦੋਂ ਵੀ ਰਾਜੇ ਜ਼ਫਰ ਨੇ ਆਣ ਕੇ ਸਾਡੀ ਸੁਲ੍ਹਾ ਕਰਾਤੀ ਉਦੋਂ ਵੀ ਟਲ ਹੋਣਾ ਨੇ ਕਰਾਇਆ ਉਹਨੇ ਜੱਜੀ ਮਰਾਰ ਨੇ ਕਿਹਾ ਸੀ ਵੀ ਰਾਜੇ ਜ਼ਫਰ ਨੂੰ ਵੀ ਇਹਨਾਂ ਕੋਈ ਕਬੂਤਰੀ ਤੇ ਲੈ ਦੇ ਕਾਲੀ ਚੀਨੀ ਮੈਂ ਪਿੰਜਰੇ 'ਚ ਪਾਈ ਸੀ ਤੇ ਮੈਂ ਨਾ ਕਰ ਸਕਦੇ ਸੀ ਉਹ ਰਾਜੇ ਜ਼ਫਰ ਨੇ ਕਿਹਾ ਜੇ ਕਬੂਤਰੀ ਤੇ ਸਾਨੂੰ ਦੇ ਜਾ ਮੈਂ ਗੱਲ ਪੜੋ ਉਦੋਂ ਜਾਜੀ ਮਰਾਰ ਨੇ ਇਹ ਗੱਲ ਕਹੀ ਵੀ ਲੈ ਵੀ ਏਦਾਂ ਦੇ ਜਾਨਵਰ ਨਹੀਂ ਘੱਟ ਹੀ ਲੱਭਦੇ ਤੇ ਬੰਦੇ ਨੇ ਨਾ ਹੀ ਕੀਤੀ ਦੇ ਕੇ ਚਲਾ ਗਿਆ ਉਹ ਦੇਖੋ ਤੁਹਾਡੀਆਂ ਮਿਸਾਲਾਂ ਨੇ ਨਾ ਤੇ ਕਿਉਂਕਿ ਸਾਨੂੰ ਵੀ ਏਦਾਂ ਹੀ ਸਾਡੇ ਦੋਸਤਾਂ ਨੇ ਦਿੱਤੇ ਸੀ ਤੇ ਅਸੀਂ ਯਾਰ ਕਿਸੇ ਨੂੰ ਕਿਉਂ ਨਾ ਕਰਨੀ ਸੀ ਹਾਂ ਇਹ ਤੇ ਗੱਲ ਹੈ ਕਿਉਂਕਿ ਇਹ ਕੰਮ ਜਿਹੜਾ ਸ਼ੌਕ ਹੈ ਨਾ ਜੀ ਹਾਂਜੀ ਇਹ ਹੈਗਾ ਵਾ ਭਰਾ ਬੰਦੀ ਦਾ ਹਾਂਜੀ ਜੇ ਤੁਸੀਂ ਇਹ ਨਹੀਂ ਵੀ ਅੱਛਾ ਆਪਣੇ ਕੋ ਰੱਖੀ ਜਾਓ ਤੇ ਮਾੜਾ ਤੁਸੀਂ ਕਹੋ ਮੈਂ ਵੀ ਸ਼ਾਹਦ ਵੱਲ ਭੇਜ ਦਵਾਂ ਅਮਜਦ ਵੱਲ ਭੇਜਦਾ ਕਰਾਮ ਵੱਲ ਭੇਜਦਾ ਇੰਜ ਫਿਰ ਸ਼ੌਕ ਦਾ ਸਵਾਦ ਨਹੀਂ ਆਉਂਦਾ ਤੇ ਨਾ ਸ਼ੌਕ ਚੱਲਦਾ ਫਿਰ ਇਹਦਾ ਅੱਛਾ ਭਾਈ ਡਾਕਟਰ ਸਾਹਿਬ ਗੱਲ ਇਹ ਵਾ ਕੋਈ ਜਾਂਦਿਆਂ ਕੋਈ ਅੱਛੀ ਜੀ ਟਿਪ ਮੇਰੇ ਭਰਾਵਾਂ ਨੂੰ ਅੱਜ ਦੇ ਦੌਰ ਤੇ ਜਿਹੜੇ ਸਾਡੀ ਕਬੂਤਰਬਾਜ਼ੀ ਹੋ ਰਹੀ ਹੈ ਨਾ ਹਾਂਜੀ ਇਸ ਦੌਰ ਦੇ ਵਿੱਚ ਬਹੁਤ ਮੁੰਡੇ ਜਜ਼ਬਾਤੀ ਇਸ ਦੌਰ ਦੇ ਵਿੱਚ ਜੀ ਮੇਨ ਜਿਹੜੀ ਹੈ ਨਾ ਜੀ ਹਾਂ ਇਹਦੇ ਕੋਲ ਟਿਪ ਅੱਛੀ ਦਾ ਭਰਾਵਾਂ ਜੇ ਤੁਸੀਂ ਕਬੂਤਰਬਾਜ਼ੀ ਕਰਨੀ ਹੈ ਨਾ ਜੇ ਤੁਸੀਂ ਸ਼ੌਕ ਕਰਨਾ ਤੇ ਤੁਹਾਨੂੰ ਭਰਾਵਾਂ ਤਰ੍ਹਾਂ ਤੇ ਦੋਸਤਾਂ ਤਰ੍ਹਾਂ ਆਪਣੇ ਮੁਖਾਲਫ ਨਾਲ ਰਹਿਣਾ ਪਏਗਾ ਵੀ ਲੈ ਵੀ ਤੁਸੀਂ ਇੰਜ ਇਕੱਠੇ ਰਹੋ ਸ਼ਾਮ ਨੂੰ ਤੁਹਾਡੀ ਆਪਸ ਦੇ ਵਿੱਚ ਗੱਪ ਨਾ ਲੱਗੇ ਤੇ ਕਾਹਦੀ ਮੁਖਾਲਫਤ ਆ ਫਿਰ ਕਿੱਦਾਂ ਤੁਹਾਨੂੰ ਪਤਾ ਲੱਗੇ ਵੀ ਲੈ ਵੀ ਮੇਰਾ ਕਬੂਤਰ ਇਹਦੇ ਨਾਲ ਤਗੜਾ ਤੇ ਉਹਦਾ ਮਾੜਾ ਗੱਲਾਂ ਸੁਣ ਕੇ ਹੀ ਪਤਾ ਲੱਗਣਾ ਨਾ ਉਹ ਜਦੋਂ ਤੁਸੀਂ ਉਹਨਾਂ ਦੇ ਨਾਲ ਇਕੱਠੇ ਰਲ ਬਹਿਣਾ ਹੀ ਨਹੀਂ ਜੇ ਤੁਸੀਂ ਆਪਸ ਦੇ ਵਿੱਚ ਨਾਰਾਜ਼ਗੀਆਂ ਕਰਕੇ ਮੂੰਹ ਬਣਾ ਕੇ ਬਹਿ ਜਾਣਾ ਇਹ ਸ਼ੌਕ ਨਹੀਂ ਇਹ ਸ਼ੌਕ ਤੁਹਾਡਾ ਵਧਣ ਦੇ ਚਾਂਸ ਨੇ ਇਹ ਸ਼ੌਕ ਉੱਥੇ ਮਹਦੂਦ ਹੋ ਜਾਊਗਾ ਤੁਹਾਡਾ ਯਾਰ ਤੁਸੀਂ ਆਓ ਉਹਦੇ ਨਾਲ ਭਿੜੋ ਗੱਪਸ਼ਪ ਲੱਗੋ ਸ਼ੌਕ ਕਰੋ ਇਹ ਨਹੀਂ ਵੀ ਕਬੂਤਰ ਉਡਾਇਆ ਤੇ ਮੁੜ ਕੇ ਤੁਹਾਡੀ ਲੜਾਈ ਬਣ ਕੇ ਬਹਿ ਜੇ ਤੁਹਾਡੀ ਅਨਾਬ ਬਣ ਕੇ ਬਹਿ ਜੇ ਤੁਸੀਂ ਮੁੜ ਕੇ ਬੋਲੋ ਹੀ ਨਹੀਂ ਯਾਰ ਇਹ ਦੇਖੋ ਇਹ ਸ਼ੌਕ ਹੈ ਇਹਨੂੰ ਸ਼ੌਕ ਨਹੀਂ ਕਹਿੰਦੇ ਕਬੂਤਰਬਾਜ਼ੀ ਇਹ ਆ ਵੀ ਤੁਸੀਂ ਆਪਸ ਦੇ ਵਿੱਚ ਇਕੱਠੇ ਰਹੋ ਤੁਹਾਡੇ ਵਿੱਚ ਬੁਰਾਈਆਂ ਘੱਟ ਹੋਣ ਜੇ ਤੁਸੀਂ ਲੜ ਕੇ ਲੋਕਾਂ ਨੂੰ ਦਿਖਾਉਣਾ ਬੁਰਾਈਆਂ ਤੇ ਜ਼ਿਆਦਾ ਹੋ ਜਾਣੀਆਂ ਫਿਰ ਇਹ ਤੇ ਗੱਲ ਨਹੀਂ ਨਾ ਚੰਗੀ ਬਾਈ ਸਾਹਿਬ ਇਹ ਸੁਣ ਲਓ ਵੀਰ ਜੀ ਡਾਕਟਰ ਸਾਹਿਬ ਦੀਆਂ ਗੱਲਾਂ ਤੇ ਸ਼ੌਕ ਮੇਰੇ ਭਰਾ ਜਿਹੜੇ ਨੇ ਸ਼ੌਕ ਇਦਾਂ ਹੀ ਸਲੂਕ ਨਾਲ ਪਿਆਰ ਮੁਹੱਬਤ ਨਾ ਕਰਿਆ ਕਰੋ ਸ਼ੌਕ ਚੰਦ ਦਿਨਾਂ ਦਾ ਹੁੰਦਾ ਵਾ ਹਾਂਜੀ ਠੀਕ ਹੈ ਚੰਦ ਦਿਨਾਂ ਤੋਂ ਬਾਅਦ ਜਿਹੜਾ ਵਾ ਮੁੜ ਕੇ ਗਰਮੀ ਮੁੱਕ ਗਈ 2-4 ਮਹੀਨੇ ਸ਼ੌਕ ਹੁੰਦਾ ਫਿਰ ਸਿਆਲਾ ਆ ਜਾਂਦਾ ਤੇ ਜੇ ਬੰਦਾ ਬੋਲਦਾ ਚੱਲਦਾ ਹੋਵੇ ਸਲੂਕ ਨਾਲ ਸ਼ੌਕ ਕੀਤਾ ਹੋਵੇ ਸਿਆਲੇ ਵੀ ਬੰਦਾ ਨਗਨੇ ਟੱਪਦਿਆਂ ਕਿਤੇ ਭੈਣ ਭਰਾ ਨਾਲ ਦੁਆ ਸਲਾਮ ਕਰ ਲੈਂਦਾ ਕਿਸੇ ਕੋਲ ਬਹਿ ਕੇ ਚਾਹ ਪੀ ਲਈ ਕੋਈ 2 ਖੱਚਾ ਹੀ ਮਾਰ ਲਈਆਂ ਕੋਈ ਚਾਹ ਲੈ ਲਈ ਪੈਸਾ ਮੇਨ ਵਜ੍ਹਾ ਪਤਾ ਦੇਖੋ ਹਾਂਜੀ ਕਬੂਤਰਬਾਜ਼ੀ ਅਸੀਂ ਕਰਦੇ ਸ਼ੌਕ ਨਾਲ ਅਸੀਂ ਅਨਾਜ ਬਣਾ ਲੈਣੀ ਹਾਂਜੀ ਤੇ ਕਦੇ ਸਾਡਾ ਕਾਹਦਾ ਸ਼ੌਕ ਹੈ ਫਿਰ ਇਕੱਲੇ ਘਰ ਦਾਣੇ ਪਾਉਣ ਵਾਲੀ ਗੱਲ ਹੈ ਨਾ ਜੀ ਉਹਨਾਂ ਨੂੰ ਦਾਣਾ ਪਾਓ ਤੇ ਬੈਠੇ ਰਹੋ ਯਾਰ ਜੇ ਤੁਸੀਂ ਕਿਸੇ ਕੋ ਬਹੋਗੇ ਜਾਂ ਸ਼ਾਹਦ ਕੋ ਬਹੋਗੇ ਜਾਂ ਮੇਰੇ ਕੋ ਬਹੋਗੇ ਅਫਜਦ ਕੋ ਆਣ ਕੇ ਬਹੋ ਬਹਿ ਕੇ ਤੁਸੀਂ ਆਪਣੀਆਂ ਫਰਕ ਦੀਆਂ ਗੱਲਾਂ ਕਰੋ ਆਪਣੇ ਬਹਿਸੋ ਹਾਂਜੀ ਬਹਿਸ ਕੇ ਦੱਸੋ ਮੇਰਾ ਅੱਛਾ ਉਹ ਕਵੇ ਉਹਦਾ ਅੱਛਾ ਤੇ ਫਿਰ ਉਹਨਾਂ ਦੀ ਆੜਬਾਜ਼ ਫੇਰ ਹੀ ਨਿਕਲਣੀ ਨਾ ਜੀ ਜੇ ਘਰ ਬੈਠੇ ਤੇ ਆੜਬਾਜ਼ ਨਹੀਂ ਨਾ ਨਿਕਲਣੀ ਤੁਹਾਡੀ ਤੁਸੀਂ ਭਿੜੋਗੇ ਤੇ ਪਤਾ ਲੱਗਣਾ ਨਾ ਤੇ ਜੇ ਤੁਸੀਂ ਭਿੜ ਕੇ ਨਾਰਾਜ਼ ਹੋ ਜਾਣਾ ਤੇ ਯਾਰ ਇਹ ਕੋਈ ਸ਼ੌਕ ਨਹੀਂ ਫਿਰ ਇਹਨੂੰ ਦਫਾ ਕਰੋ ਫਿਰ ਰੱਖਣ ਦਾ ਫਾਇਦਾ ਹੀ ਕੋਈ ਨਹੀਂ ਯਾਰ ਇਹਨਾਂ ਬਹੁਤ ਅੱਛਾ ਸ਼ੌਕ ਹੈ ਹਾਂਜੀ ਅਗਰ ਤੁਸੀਂ ਇਸ ਪਰਿੰਦੇ ਨੂੰ ਇਹ ਤੁਹਾਡੇ ਨਾਲ ਬਹੁਤ ਵਫਾ ਕਰਦਾ ਹਾਂਜੀ ਇਹਨੂੰ ਅਗਰ ਤੁਸੀਂ ਤਰੀਕੇ ਨਾਲ ਰੱਖੋ ਸ਼ੌਕ ਨਾਲ ਰੱਖੋ ਜੇ ਤੁਸੀਂ ਉਹਦੇ ਨਾਲ ਜ਼ੁਲਮ ਕਰੋਗੇ ਤੇ ਫਿਰ ਇਹ ਲਓ ਜੀ ਵੀਰਾਂ ਨੂੰ ਹੁਣ ਅੱਲਾ ਖੈਰ ਕਰੇ ਕਬੂਤਰਾਂ ਦਾ ਸ਼ੌਕ ਕਰਾਉਂਦੇ ਆ ਅੱਲਾ ਖੈਰ ਕਰੇ ਉਹ ਕਬੂਤਰ ਜਿਹੜੇ ਬਲੋਚ ਤੇ ਗੁਲਾਬ ਸਿਰੇ ਉਹਨਾਂ ਜੋ ਬਣੇ ਚੀਨੇ ਬਣੇ ਜੌਂ ਸਿਰੇ ਬਣੇ ਉਹ ਕਬੂਤਰ ਅੱਜ ਵੀ ਡਾਕਟਰ ਸਾਹਿਬ ਹੋਣਾ ਕੋਲ ਮਸ਼ਹੂਰ ਨੇ
ਮੌਜੂਦ ਨੇ ਤੇ ਮਸ਼ਹੂਰ ਵੀ ਨੇ, ਤਿੰਨਾਂ ਚੌਹਾਂ ਘਰਾਂ 'ਚ ਪਏ ਆ ਤੇ ਉਹਨਾਂ ਦਾ ਹੁਣ ਆਪਾਂ ਵੀਰਾਂ ਨੂੰ ਸ਼ੌਕ ਕਰਾਉਣੇ ਆ ਤੇ ਇਨਸ਼ਾਅੱਲਾ ਅੱਜ ਤੁਸੀਂ ਸ਼ੌਕ ਕਰੋਗੇ ਪਰਿੰਦਿਆਂ ਦਾ ਤੇ ਕਰੋਗੇ ਯਾਦ। ਅੱਜ ਬੜੇ ਬੜੇ ਪੁਰਾਣੇ ਖਿਡਾਰੀ ਮਾਸ਼ਾਅੱਲਾ ਵੇਖੋ ਆ ਬੇਬੇ ਸਾਡੀ ਸਊਦੀਆ ਵੀ ਰਹਿ ਕੇ ਆ ਗਈ ਆ ਤੇ ਅੱਲਾਹ ਸਊਦੀਆ ਦੇ ਵੀ ਮਾਸ਼ਾਅੱਲਾ ਨਾਮ ਬਹੁਤ ਅੱਛੇ ਸੀ, ਬਹੁਤ ਅੱਛੇ ਕਬੂਤਰ ਕਰਾਮ ਦੇ ਨੇ, ਲੋਕ ਤਰਸਦੇ ਸੀ ਕਰਾਮ ਦੇ ਕਬੂਤਰਾਂ ਨੂੰ ਤੇ ਅੱਜ ਉਹਨਾਂ ਕਬੂਤਰਾਂ ਦੇ ਲੈ ਕੇ ਫਿਰ ਭਾਈ ਕਰਾਮ ਇੱਥੇ ਵਾਪਸ ਉਹਨਾਂ ਨੂੰ ਲੈ ਕੇ ਆਏ। ਔਰ ਇੱਕ ਮੈਂ ਤੁਹਾਨੂੰ ਹੋਰ ਭਰਾਵਾਂ ਨੂੰ ਗੱਲ ਦੱਸ ਦਿਆਂ, ਬੇਬੇ ਨਹੀਂ ਪੁੱਛਣਾ, ਬੇਬੇ ਜਜ਼ਬਾਤੀ ਹੋ ਜਾਂਦੀ ਹੈ, ਮੈਨੂੰ ਪਤਾ ਹੈ ਕੁਝ ਗੱਲਾਂ ਦਾ, ਤੁਹਾਨੂੰ ਮੈਂ ਆਪ ਹੀ ਦੱਸ ਦੇਣਾ। ਭਾਈ ਕਰਾਮ ਉਦੋਂ ਥੋੜੀ ਜਿਹੀ ਗੱਲ ਕਰਦਾ ਵਾ, ਮੈਂ ਸਿਰਫ ਇਹਨਾਂ ਦੇ ਇਸ ਰੌਲਿਆਂ ਦੀ ਵਜ੍ਹਾ ਤੋਂ ਨਾ ਆਪਣੇ ਠਰਕ ਨੂੰ ਮਹਿਦੂਦ ਹੀ ਰੱਖਿਆ ਵੀ ਘਰ ਬਹਿ ਕੇ ਸ਼ੌਕ ਕਰ ਲਿਆ, ਕਿਉਂਕਿ ਜਦੋਂ ਇਹਨਾਂ ਨੂੰ ਦੇਖਦਾ ਨਾ ਮੈਂ ਆਪਸ ਦੇ ਵਿੱਚ ਨਾਰਾਜ਼ ਹੋ ਜਾਂਦੇ ਨੇ ਜਾਂ ਲੜ ਪੈਂਦੇ ਨੇ। ਕਸਮ ਵਾਲੀ ਗੱਲ ਆ, ਮੈਂ ਹੀ ਇਹਨਾਂ ਦਾ ਸ਼ੌਕ ਸਾਰਾ ਕਰਨ ਵਾਲਾ, ਮੈਨੂੰ ਦੁੱਖ ਹੁੰਦਾ ਵੀ ਜਦੋਂ ਇਹ ਆਪਸ ਚ ਬੋਲਦੇ ਫਿਰ ਕਾਹਦਾ ਠਰਕ ਹੈ। ਤੇ ਮੈਂ ਬਾਹਰ ਅੰਦਰ ਇਸ ਤੋਂ ਮੈਨੂੰ ਕੋਈ ਜਾਣਦਾ ਨਹੀਂ ਵੀ ਬਾਹਰ ਮੇਰੇ ਇਲਾਕੇ ਵਾਲੇ ਚੀਚਾ ਵਤਨੀ ਵਾਲੇ ਬੂਰੇ ਵਾਲੇ ਜਾਂ ਇਹ ਲੋਕ ਮੈਨੂੰ ਜ਼ਿਆਦਾ ਜਾਣਦੇ ਸੀ ਔਰ ਕਬੂਤਰਬਾਜ਼ੀ ਦੀ ਵਜ੍ਹਾ ਤੋਂ ਜਾਣਦੇ, ਲੇਕਿਨ ਇੱਥੇ ਕਿਉਂ ਨਹੀਂ ਮੈਨੂੰ ਤੁਸੀਂ ਜਾਣਦੇ ਨਜ਼ਦੀਕ, ਤੁਹਾਡੇ ਨਜ਼ਦੀਕ ਮੇਰੀ ਨਾ ਸੁਣਿਆ ਹੋਵੇਗਾ ਸਿਰਫ ਇਸ ਕਰਕੇ ਵੀ ਅੱਜ ਜਿਹੜੀਆਂ ਲੜ ਪਏ ਐਵੇਂ ਗਾਲ ਮੰਦਾ ਹੋ ਗਿਆ, ਕਸਮਾਂ ਨੇ ਆਏ ਦਿਨ ਮਸੀਤੇ ਵੜ ਗਏ ਯਾਰ ਇਹ ਕਬੂਤਰਬਾਜ਼ੀ ਦੇ ਨਾ, ਇਹ ਤੇ ਅਸੀਂ ਆਪਣੀ ਬਦਨਾਮੀ ਕਰਾਉਂਦੇ ਆ, ਫਿਰ ਸਾਨੂੰ ਜਿਹਨੇ ਗਾਲ ਕੱਢਣੀ ਉਹਨੇ ਕਹਿਣਾ ਹਰਾਮਦੇ ਹੀ ਆ। ਦੇਖੋ ਨਾ ਇਹ ਗੱਲ ਏਡਾ ਚੰਗਾ ਸ਼ੌਕ ਆ, ਏਡਾ ਵਲੀਆਂ ਦਾ ਸ਼ੌਕ ਆ, ਤੇ ਅਸੀਂ ਇਹਨੂੰ ਗਲਤ ਕਰੀਏ। ਸੁਣ ਲਓ ਗੱਲ ਬੜੀ ਕੀਮਤੀ ਕਰ ਗਿਆ ਡਾਕਟਰ। ਤੇ ਵੀਰ ਜੀ ਅਕਰਾਮ ਭਾਈ ਜਿਹੜਾ ਨਾ ਸਾਡਾ ਕਬੂਤਰ ਉਹਨਾਂ ਵਕਤਾਂ 'ਚ ਉੱਥੇ ਲੈ ਕੇ ਗਿਆ ਸੀ ਕਿ ਜਦੋਂ 6 ਜੋੜੇ ਲੈ ਕੇ ਗਿਆ ਸੀ ਭਾਈ ਕਰਾਮ ਉੱਥੇ ਖੜ ਕੇ ਉਹਨਾਂ ਦੀ ਬਰੀਡ ਕਰਾਈ, ਕਿਸੇ ਨੇ ਤਾਨਾ ਮਾਰ ਦਿੱਤਾ ਸੀ ਕਰਾਮ ਨੂੰ ਕਿ ਢਾਂਗੀ ਵਾਲੇ ਕਬੂਤਰ ਕਿਹੜੇ ਅੰਦਰਾਂ 'ਚ ਵੜ ਕੇ ਜਿੱਤ ਲੈਂਦੇ ਆ। ਤੇ ਫਿਰ ਅਲਹਮਦੁਲਿਲਾ ਭਾਈ ਕਰਾਮ ਨੇ ਉਹਨਾਂ ਦੀ ਬਰੀਡ ਕਰਾਈ, ਸਾਲ ਬਾਅਦ ਉਸ ਬੰਦੇ ਨਾਲ ਬਾਜ਼ੀਆਂ ਲਾਈਆਂ ਔਰ ਮਾਸ਼ਾਅੱਲਾ ਗੂੰ ਕੋਟ ਮਾਰਿਆ ਭਾਈ ਕਰਾਮ ਨੇ, ਠੀਕ ਹੈ। ਤੇ ਔਰ ਐਡੇ ਮਸਾਲੀ ਕਬੂਤਰ ਉੱਡੇ ਕਿ ਰਾਤੀ 11 ਵਜੇ ਵੀ ਕਬੂਤਰ ਉਹ ਘਰ ਬੈਠੇ ਇਦਾਂ ਹੀ ਤੇ ਉਹ ਹੀ ਕਬੂਤਰ ਭਾਈ ਕਰਾਮ ਲੈ ਕੇ ਘਰ ਵਾਪਸ ਆਏ। ਤੇ ਹੁਣ ਅੱਲਾ ਖੈਰ ਕਰੇ ਭਰਾਵਾਂ ਨੂੰ ਉਹਨਾਂ ਕਬੂਤਰਾਂ ਦਾ ਸ਼ੌਕ ਵੀ ਕਰਾਉਣਾ। ਲਓ ਜੀ ਹੁਣ ਵੀਰਾਂ ਨੂੰ ਅੱਲਾ ਖੈਰ ਕਰੇ ਜੀ, ਉਹ ਕਬੂਤਰ ਜਿਹੜੇ ਡਾਕਟਰ ਸਾਹਿਬ ਨਾਂ ਲੈਂਦੇ ਸੀ ਬਲੋਚ ਤੇ ਉਰਾ ਦੇ ਪਰਾ ਦੇ ਸਾਰੇ ਚਿੱਟੀਆਂ ਕਾਲੇ ਜੌਂਸਰਿਆਂ ਦੇ ਵਿੱਚੋਂ ਸਾਰੇ ਸ਼ੌਕ ਕਰਾਉਂਦੇ ਆ। ਮਾਦੀ ਆਈ ਮਾਸ਼ਾਅੱਲਾ, ਜੌਂਸਰੀ ਮਾਦੀ ਆਈ ਆ ਤੇ ਇਹਦਾ ਪੁੱਛਾਂਗੇ ਡਾਕਟਰ ਸਾਹਿਬ ਨੂੰ ਵੀ ਇਹ ਮਾਦੀ ਕਿਹੜਿਆ ਕੁੰਦਾ ਵੇਖੋ ਤੁਸੀਂ, ਕੀ ਬਾਤ ਆ, ਕੁੰਦਾ ਦੇਖੋ, ਪਰਾਂ ਦੀ ਸਜਾਵਟ ਵੇਖੋ ਇਹਨਾਂ ਜਾਨਵਰਾਂ ਦੀ। ਪਰ ਆਹ ਕਬੂਤਰ ਉੱਡਣ ਵਾਲੇ ਦੀ ਜਿਹੜੀ ਨਾ ਜੀ ਖੂਬੀਆਂ, ਹਾਂਜੀ ਆਹ ਦੇਖੋ ਤੁਸੀਂ, ਹਾਂਜੀ ਸਿਰਫ ਇਹਨਾਂ ਦੇ ਤੁਸੀਂ ਦੇਖੋ। ਪੰਜਾ ਦੇਖੋ, ਨਾਖਣ ਦੇਖੋ ਕਬੂਤਰ ਦੇ, ਕਬੂਤਰ ਦਾ ਜੋੜ ਔਰ ਕਬੂਤਰ ਦੀ ਬਣਾਵਟ ਜਿਹੜੀ ਹੈ ਨਾ ਜੀ। ਇੱਕ ਰਾ ਪੰਜੇ ਨੂੰ ਪੰਜਾ ਵਿਖਾਓ ਜੀ, ਖਿਲਾਰੋ ਇੱਕ ਰਾ ਪੰਜਾ ਵੇਖਣ ਵਾਲਾ ਤੇ ਭਰਾ ਸ਼ੌਕ ਕਰਨ ਜੀ। ਤੱਕੋ ਮਾਸ਼ਾਅੱਲਾ ਜੀ, ਅੱਖ ਵਿਖਾਓ ਡਾਕਟਰ ਸਾਹਿਬ ਇੱਕ ਰਾ ਜੀ। ਥੋੜੇ ਜਿਹੇ ਫੜੇ ਘੱਟ ਆ ਨਾ ਕਦੇ ਜੀ। ਹਾਂਜੀ ਆ ਫੜਾਈ ਲਾਲ ਚੀਨਾ ਵੀਰੇ ਹੁਣ ਜੀ ਆ ਗਿਆ ਮਾਸ਼ਾਅੱਲਾ ਜੀ। ਇਹ ਉਹਨਾਂ ਹੀ ਕਬੂਤਰਾਂ ਜਿਹਨੇ ਡਾਕਟਰ ਸਾਹਿਬ ਕਬੂਤਰ ਇਹ ਲਾਲ ਚੀਨੇ ਜੀ। ਅੱਛਾ ਇਹ ਉਹੀ ਪੁਰਾਣੇ ਕਬੂਤਰ ਜਿਹੜੇ ਮਨਜੂਰ ਵਾਲਿਆਂ ਚੋਂ ਹੈ, ਪਰ ਉਹਨਾਂ ਚੋਂ ਹੀ ਤੁਰਾ ਹੁੰਦਾ ਜੀ। ਅੱਛਾ ਜੀ, ਹਾਂਜੀ। ਯਾਨੀ ਉਹ ਫਿਰ ਗੱਲਾਂ ਹੁਣ ਸੱਚੀਆਂ ਨੇ ਕਿ ਡਾਕਟਰ ਸਾਹਿਬ ਕਬੂਤਰ ਤੇ ਹੁਣ ਪੂਰੇ ਪਾਕਿਸਤਾਨ 'ਚ ਖਿਲ ਰਹੇ ਨੇ ਉਸਤਾਦਾਂ। ਨਹੀਂ ਜੀ ਬਿਲਕੁਲ। ਪੰਜੇ ਤੇ ਪੈਰ ਪੰਜੇ ਤੇ ਕਰੋ ਜੀ ਫੋਕਸ ਜਰਾ, ਦੇਖਣਾ ਖਲੋਣ ਦਿਆ ਕਰੋ ਵੀਡੀਓ ਜਿਹੜੀ ਹੈ ਨਾ ਵੀਰ ਵੇਖਣ, ਕਿਉਂਕਿ ਸ਼ੌਕੀਨ ਜਿਹੜੇ ਬੰਦੇ ਨੇ ਨਾ ਆਹ ਤੱਕ ਲਓ ਜੀ। ਇਹ ਪੁਰਾਣੇ ਕਬੂਤਰ ਰਾਣੇ ਮਨਜੂਰ ਵਾਲੇ ਤੇ ਮੀਏ ਮਾਜਿਦ ਵਾਲੇ, ਖਿਲਾਰਿਆ ਕਰੋ ਇੱਕ ਵਾਰ ਨਾ ਕਬੂਤਰ ਜਦੋਂ ਪਰ ਖੋਲਦੇ ਹੁੰਦੇ ਨਾ, ਪਰ ਹਾਸਤਾ ਵਿਖਾਇਆ ਚਲੋ ਕੋਈ ਨਹੀਂ। ਨੀਲਾ ਵੀ ਫੜੀ ਚਲੋ ਇਹਨਾਂ ਨੇ ਲਓ ਜੀ ਹੁਣ ਅੱਲਾ ਖੈਰ ਕਰੇ ਜੀ, ਆ ਗਿਆ ਨੀਲਾ। ਤੇ ਨੀਲੇ ਦੀ ਕੀ ਡਾਕਟਰ ਸਾਹਿਬ ਕੋ ਖਸੂਸੀਅਤ? ਇਹਦੀ ਖਸੂਸੀਅਤ ਇਹ ਆ ਵੀ ਗਾਂ ਆਪਣਾ ਜਿਹੜਾ ਬੱਚਾ ਨਾ ਬਹੁਤ ਗਰਮ ਕੱਢਦਾ। ਅੱਛਾ ਜੀ। ਹਾਂ, ਇਹਦੇ ਬੱਚੇ ਉੱਡ ਕੇ ਉੱਤੋਂ ਕਮਲੇ ਹੋ ਜਾਂਦੇ ਨੇ। ਪਰ ਖਿਲਾਰ ਛੜਿਆ ਕਰੋ ਬਸ ਇੱਕ ਨਾ, ਛੱਡ ਦੇਖ ਲਿਆ ਕਰੋ ਭਰਾਵਾਂ। ਹਾਂ ਮਾਸ਼ਾਅੱਲਾ ਜੀ। ਤੱਕੋ ਕੁੰਦਾ ਵੀਰ ਕਰਨ ਸ਼ੌਕ, ਦੂਸਰੇ ਕੁੰਦੇ ਦਾ ਕਰਾਓ ਡਾਕਟਰ ਸਾਹਿਬ ਪਿੱਛੋਂ ਥੋੜਾ ਜਿਹਾ। ਆਹ ਵੇਖੋ ਜੀ ਮਾਸ਼ਾਅੱਲਾ ਜੀ, ਕੀ ਬਾਤਾਂ ਨੇ। ਤੱਕੋ ਕੁੰਦਾ ਕਿੱਥੇ ਜਾ ਕੇ, ਹਾਏ ਹਾਏ ਪੂਰਾ ਹੀ ਖੋਲ ਦਿੱਤਾ ਜੀ ਵੀਰ ਜੀ।
ਕੁੰਦਾ ਤੇ ਵੇਖ ਲਓ ਮਾਸ਼ਾਅੱਲਾ। ਇਹ ਵੀ ਇਹਨਾਂ ਕਬੂਤਰਾਂ ਚੋਂ ਹੀ ਬਣਿਆ ਵਾ ਡਾਕਟਰ ਇਹਨਾਂ ਚੋਂ ਸਾਹਿਬ? ਜੀ, ਇਹਨਾਂ ਚੋਂ ਇਹਨਾਂ ਚੋਂ। ਇਹਦੇ ਸਾਰੇ ਪਾਰੀ ਪੰਜੇ ਕਹਿ ਵਿਖਾਓ ਸਕਦੇ ਜੀ, ਹਾਂ। ਪੰਜੇ ਵਿਖਾਓ। ਇੱਕ ਹੀ ਪਾਰਾ ਸਾਡੇ ਕਬੂਤਰਾਂ ਦਾ। ਮਾਸ਼ਾਅੱਲਾ ਜੀ। ਇਹ ਵੀ ਡਾਕਟਰ ਸਾਹਿਬ ਉਹਨਾਂ ਹੀ ਹਾਂ ਕਬੂਤਰਾਂ ਜੀ, ਇਹ ਬਰੜੀਆਂ ਲੰਡੀਆਂ ਚੋਂ ਜੀ। ਅੱਛਾ। ਹਾਂ ਬਸ ਓਏ। ਇਹ ਜਿਹੜਾ ਪਿਆ ਸਾਹਿਬ ਗਿਆ ਨੇ ਜਿਹੜਾ ਜ਼ਰੂਰੀ ਮਾਮਲਾ ਬਹੁਤ ਚੰਗੇ ਲੱਗੇ। ਸਿੱਧੀ ਗੁੱਟੀ ਛੱਡਿਆ ਕਰੋ ਹੁਣ ਸ਼ੌਕ ਮਾਸ਼ਾਅੱਲਾ ਵੀਰ ਜੀ। ਇਹਦੇ ਪੰਜੇ ਵਿਖਾਓ ਹਾਂ ਜਰਾ ਜੀ। ਪੰਜੇ ਦੇਖੋ ਨਹੀਂ ਜੀ, ਇਹਦਾ ਪੱਠਾ ਪੰਜਿਆਂ ਦੀ ਬਣਾਵਟ ਦੇਖੋ ਤੇ ਪੰਜਿਆਂ ਦੀ ਲੰਦਰ ਦੇਖੋ। ਇੱਥੇ ਵੀ ਦੋ ਬਾਈ ਨੇ ਜੀ ਬਾਈ, ਜਿੱਥੇ ਤੋੜਾ ਪੜਾ ਜਾਂਦਾ, ਜਿੱਥੇ ਬਿਲਕੁਲ ਮੁੱਕ ਗਿਆ। ਪਿੱਛੇ ਜਿਹੜੀ ਆਪਣਾ ਬਰਾਬਰ ਨਹੀਂ ਹੋ ਗਏ ਸੀਗੇ, ਮੇਰਾ ਖਿਆਲ ਦੱਸ ਗਏ ਸੀ ਜਿੱਤ ਕੇ ਉਹਦਾ। ਤੇ ਉਹਦਾ 23 ਦੀ ਗੱਲ ਆ ਜਾਂ 22 ਦੀ ਆ? ਕਿਆ ਮੋੜਾ ਹੈ ਕਿ ਨੇਰੀ ਜੀ ਗਿਆ ਸੀ। ਕਿਆ ਨਹੀਂ ਨਹੀਂ ਆਪ ਤੁਹਾਡੀ ਕਾਕੇ ਦਾ ਇਹ ਯਾਰਕਾਂ ਉੱਡਣਗੇ ਜੀ? ਹਾਂਜੀ, ਇਹ ਪਿਛਲੇ ਸਾਲ ਵੀ ਉੱਡੇ ਆ ਕਬੂਤਰ। ਅੱਛਾ, ਪਿਛਲੇ ਸਾਲ ਵੀ ਉੱਡੇ ਨੇ। ਹੈਂ? ਮਾਸ਼ਾਅੱਲਾ। ਪੱਤੇ ਟੋਟੂ ਦੇ ਉਹ ਤੋਂ ਜਾਇਆ ਨਹੀਂ ਨਹੀਂ ਉਹਦਾ ਸਾਰਾ ਬਸ ਬਰੀਕ ਵੇਖਣੀ ਇਹਦੇ ਕਾਲਾ। ਕਰੋ ਸ਼ੌਕ ਵੀਰ ਜੀ, ਅੱਜ ਨਜ਼ਾਰੇ ਲਓ। ਅੱਜ ਤਾਂ ਰਾਣੇ ਮਨਜੂਰ ਵਾਲੇ ਪੁਰਾਣੇ ਕਬੂਤਰਾਂ 'ਚ ਕਬੂਤਰ ਜੀ, ਮੀਏ ਮਾਜਦ ਵਾਲੇ, ਰਾਣੇ ਮਨਜੂਰ ਵਾਲੇ, ਰਾਜਾ ਜ਼ਫਰ 38 ਵਾਲਾ ਜੀ। ਰਾਜਾ ਜਫਰ 38 ਵਾਲਾ ਜੀ। ਇਹ ਸਾਰੇ ਮਿਕਸ ਨੇ ਕਬੂਤਰ ਵੀਰ ਜੀ। ਇਹਨਾਂ ਦੀਆਂ ਅੱਖਾਂ ਹੀ ਵੇਖ ਲਓ ਬਲਦੀਆਂ ਨੇ, ਤੇ ਇਹਨਾਂ ਨੇ ਡਾਰ ਕਿਉਂ ਨਹੀਂ ਕਰਨੀ?